ਹਸਤ ਖੇਲਤ ਤੇਰੇ ਦਿਉਰੇ ਆਇਆ ਭਾਗ ਤੀਜਾ। ਇੱਥੇ ਜਿਹੜੀ ਇੱਕ ਹੋਰ ਸਾਖੀ ਹੈ ਉਹਦੇ ਮੁਤਾਬਕ ਗੁਰੂ ਨਾਨਕ ਸਾਹਿਬ ਜਦੋਂ 7 ਸਾਲ ਦੇ ਹੋਏ ਤਦੋਂ ਪੰਧ ਦੇ ਪਾਸ ਪੜ੍ਹਨ ਭੇਜਿਆ। ਪਿਤਾ ਕਾਲੂ ਜੀ ਖੁਦ ਛੱਡ ਕੇ ਆਏ, ਪਰ ਇਸ ਸਾਖੀ ਮੁਤਾਬਕ ਗੁਰੂ ਜੀ ਪੜ੍ਹਨ ਤੋਂ ਹੀ ਇਨਕਾਰੀ ਹੋ ਗਏ। ਪੰਡਤ ਨਾਲ ਤਲਖ ਕਲਾਮੀ ਕਰਨ ਲੱਗ ਪਏ। ਉਸੇ ਨੂੰ ਕਹਿਣ ਲੱਗ ਪਏ ਕਿ ਪੰਡਿਤ ਜੀ ਤੂੰ ਕੁਛ ਪੜ੍ਹਿਆ ਹੈ? ਸਾਖੀਕਾਰ ਖੁਦ ਉਲਝਿਆ ਹੋਇਆ ਹੈ। ਇੱਕ ਪਾਸੇ ਲਿਖਦਾ ਹੈ ਕਿ ਪੰਡਤ ਨੇ 35 ਅੱਖਰਾਂ ਵਾਲੀ ਪੱਟੀ ਲਿਖ ਕੇ ਗੁਰੂ ਨਾਨਕ ਸਾਹਿਬ ਨੂੰ ਦਿੱਤੀ। ਗੁਰੂ ਸਾਹਿਬ ਉਸ ਨੂੰ ਪੜ੍ਹਨ ਦੀ ਥਾਵੇਂ ਆਪਣੀ 35 ਅੱਖਰੀ ਬਾਣੀ ਆਸਾ ਰਾਗ ਵਿੱਚ ਲਿਖਣ ਲੱਗ ਪਏ। ਇਹ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432 ਤੇ ਦਰਜ ਹੈ। ਇਸ ਬਾਣੀ ਵਿੱਚ ਪਰਪੱਕ ਵਿਚਾਰ ਹਨ, ਬੇਅੰਤ ਗਿਆਨ ਦਾ ਖਜ਼ਾਨਾ ਹੈ, ਜ਼ਿੰਦਗੀ ਦੇ ਵਿਸ਼ਾਲ ਤਜਰਬੇ ਹਨ, ਨਿਰੰਕਾਰ ਦੇ ਸਰੂਪ ਬਾਰੇ ਬਾਕਮਾਲ ਜਾਣਕਾਰੀ ਹੈ। ਵਿਕਾਰ ਤਜ ਕੇ ਚੰਗੇ ਮਨੁੱਖ ਬਣਨ ਲਈ ਇਹਦੇ ਵਿੱਚ ਉਪਦੇਸ਼ ਹੈ। ਅਜਿਹਾ ਸਰਬਪੱਖੀ ਗਿਆਨ ਪਹਿਲੇ ਦਿਨ ਹੀ ਨਹੀਂ ਹੋ ਗਿਆ, ਇਸ ਲਈ ਸਿਆਣਪ ਅਤੇ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇ ਪਿਤਾ ਜੀ ਵੱਡੇ ਅਫਸਰ ਸਨ। ਇਲਾਕੇ ਦੇ ਚੌਧਰੀ ਰਾਏ ਬੁਲਾਰ ਉਹਨਾਂ ਦਾ ਹਮਦਰਦ ਸੀ। ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਅਤੇ ਉਹਨਾਂ ਦੇ ਮਸਲੇ ਹੱਲ ਕਰਾਉਣੇ ਕਾਲੂ ਜੀ ਦਾ ਨਿੱਤ ਦਾ ਕਾਰਜ ਸੀ। ਇਸ ਵਰਤਾਰੇ ਨੂੰ ਗੁਰੂ ਨਾਨਕ ਹਰ ਰੋਜ਼ ਚੰਗੀ ਤਰ੍ਹਾਂ ਸੁਣਦੇ, ਵੇਖਦੇ ਅਤੇ ਪਰਖਦੇ ਸਨ। ਮਹਿਤਾ ਦਾ ਅਰਥ ਪਟਵਾਰੀ ਨਹੀਂ ਹੋ ਸਕਦਾ। ਥਾਂ ਪੁਰ ਥਾਂ ਮਹਿਤਾ ਕਾਲੂ ਜੀ ਲਿਖਿਆ ਮਿਲਦਾ। ਇਸ ਦਾ ਅਰਥ ਹੈ ਵੱਡਾ ਅਫਸਰ, ਜਿਵੇਂ ਲੱਭ ਪਾਪ ਦੋਏ ਰਾਜਾ ਮਹਿਤਾ, ਰਾਜੇ ਤੋਂ ਬਾਅਦ ਦੂਜੇ ਦਰਜੇ ਦਾ ਵੱਡਾ ਅਫਸਰ। ਉੱਥੇ ਭਾਵੇਂ ਆਸਾ ਕੀ ਵਾਰ ਦੇ ਵਿੱਚ ਉਹਦੇ ਭਾਵ ਹੋਰ ਨੇ ਕਿ ਉਹ ਲੋਕ ਲਾਲਚੀ ਹੋ ਗਏ ਨੇ, ਸਾਂਝੇ ਤੌਰ ਤੇ ਉਹ ਸ਼ਬਦ ਵਰਤਿਆ ਗਿਆ, ਪਰ ਲੱਭ ਪਾਪ ਦੋਏ, ਦੋਵਾਂ ਦਾ ਜ਼ਿਕਰ ਕੀ? ਰਾਜਾ ਅਤੇ ਮਹਿਤਾ, ਭਾਵ ਕਿ ਰਾਜਾ ਪਹਿਲੇ ਦਰਜੇ ਤੇ, ਮਹਿਤਾ ਦੂਜੇ ਦਰਜੇ ਤੇ। ਇਹ ਗੁਰੂ ਨਾਨਕ ਸਾਹਿਬ ਨੇ ਹੀ ਦੱਸਿਆ ਹੋਇਆ ਕਿ ਮਹਿਤਾ ਦਾ ਮਤਲਬ ਹੁੰਦਾ ਮਹੱਤਵਪੂਰਨ ਵੱਡਾ ਅਫਸਰ। ਬਹੁਤ ਸਾਰੇ ਲਿਖਾਰੀਆਂ ਨੇ ਤਾਂ ਗੁਰਮੁਖੀ ਦਾ ਜਨਮਦਾਤਾ ਵੀ ਗੁਰੂ ਨਾਨਕ ਨੂੰ ਲਿਖ ਧਰਿਆ ਹੈ। ਕਈਆਂ ਨੇ ਗੁਰੂ ਅੰਗਦ ਸਾਹਿਬ ਨੂੰ ਕਹਿ ਦਿੱਤਾ ਕਿ ਇਹਨਾਂ ਨੇ ਗੁਰਮੁਖੀ ਲਿਪੀ ਤਿਆਰ ਕੀਤੀ। ਜੇ ਸਾਖੀਆਂ ਨੂੰ ਸੱਚ ਮੰਨਦੇ ਹੋ ਤਾਂ 35 ਅੱਖਰ ਤਾਂ ਪਾਂਧੇ ਨੇ ਲਿਖ ਕੇ ਦਿੱਤੇ ਸਨ। ਇਸ ਦਾ ਮਤਲਬ ਪੰਜਾਬੀ ਪਹਿਲਾਂ ਸਹੀ ਰੂਪ ਧਾਰਨ ਕਰ ਚੁੱਕੀ ਸੀ। ਪਾਂਧੇ ਤੋਂ ਮਗਰੋਂ ਗੁਰੂ ਨਾਨਕ ਸਾਹਿਬ ਨੇ 35 ਅੱਖਰੀ ਬਾਣੀ ਲਿਖ ਦਿੱਤੀ। ਹੋਰ ਪਿੱਛੇ ਜਾਈਏ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬਾਬਾ ਫਰੀਦ ਜੀ ਠੇਠ ਪੰਜਾਬੀ ਦੀ ਵਰਤੋਂ ਕਰਦਿਆਂ ਆਪਣੀ ਬਾਣੀ ਲਿਖਦੇ ਸਨ। ਉਹਨਾਂ 35 ਅੱਖਰਾਂ ਦੀ ਵਰਤੋਂ ਕੀਤੀ ਹੈ ਜੋ ਮਗਰੋਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਗਈ ਹੈ। ਹੁਣ ਇਸ ਸਾਖੀ ਵੱਲ ਧਿਆਨ ਦਈਏ। ਜਦ ਬਾਬਾ ਬਰਸਾਂ ਸੱਤਾਂ ਕਾ ਹੋਆ ਤਬ ਕਾਲੂ ਕਹਿਆ ਨਾਨਕ ਤੂੰ ਪੜ੍ਹ, ਤਬ ਗੁਰੂ ਨਾਨਕ ਕੋ ਪਾਂਧੇ ਪਾਸ ਲੈ ਗਿਆ। ਕਾਲੂ ਕਹਿਆ ਪਾਂਧੇ, ਇਸ ਨੂੰ ਪੜ੍ਹਾਏ। ਪਾਂਧੇ ਪੱਟੀ ਲਿਖ ਦਿੱਤੀ। ਅੱਖਰਾਂ 35 ਕੀ ਮੁਹਾਰਣੀ। ਤਬ ਗੁਰੂ ਨਾਨਕ ਲੱਗਾ ਪੜ੍ਹਨ। ਰਾਗ ਆਸਾ ਵਿੱਚ ਪੱਟੀ ਮਹੱਲਾ ਪਹਿਲਾ। ਆਦ ਬਾਣੀ ਹੋਈ। ਏਕ ਓੰਕਾਰ ਸਤਿਗੁਰ ਪ੍ਰਸਾਦ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਪੰਨਾ 432। ਤਬ ਗੁਰੂ ਨਾਨਕ ਜੀ ਇੱਕ ਦਿਨ ਪੜ੍ਹਿਆ, ਅਗਲੇ ਦਿਨ ਚੁੱਪ ਕਰ ਰਿਹਾ। ਜਬ ਚੁੱਪ ਕਰ ਰਿਹਾ ਤਾਂ ਪਾਂਧੇ ਪੁੱਛਿਆ, ਨਾਨਕ ਤੂੰ ਪੜ੍ਹਦਾ ਕਿਉਂ ਨਹੀਂ? ਤਬ ਗੁਰੂ ਨਾਨਕ ਕਹਿਆ, ਪਾਂਧਾ ਜੀ ਤੂੰ ਕੁਛ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਂਦਾ ਹੈ? ਤਬ ਪਾਂਧੇ ਕਹਿਆ, ਮੈਂ ਸਭੋ ਕੁਛ ਪੜ੍ਹਿਆ ਹਾਂ। ਵੇਦ ਸ਼ਾਸਤਰ ਪੜ੍ਹਿਆ ਹਾਂ, ਜਮਾ ਖਰਚ ਰੋਜ਼ ਨਾਮਚਾ ਖਾਤਾ ਲੇਖਾ, ਮੈਂ ਸਭ ਕੁਛ ਪੜ੍ਹਿਆ ਹੈ। ਤਾਂ ਬਾਬੇ ਕਹਿਆ, ਪਾਂਧਾ ਇਨੀ ਪੜ੍ਹੇ ਗਲ ਫਾਹੇ ਪਾਉਂਦੇ ਹਨ, ਇਹ ਜੋ ਪੜ੍ਹਨਾ ਹੈ ਸਭ ਬਾਦ ਵਿਵਾਦ ਹੈ। ਤਬ ਗੁਰੂ ਨਾਨਕ ਇੱਕ ਸ਼ਬਦ ਉਠਾਇਆ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਤਬ ਪੰਡਤ ਹੈਰਾਨ ਹੋ ਗਿਆ। ਨਮਸਕਾਰ ਕੀਤੋਸ, ਜੋ ਕੋਈ ਪੂਰਾ ਹੈ, ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰ ਭਾਈ। ਤਬ ਗੁਰੂ ਨਾਨਕ ਬਾਬਾ ਜੀ ਘਰ ਆਏ ਕੇ ਬੈਠ ਰਹੇ ਆ। ਬੋਲੋ ਜੀ ਵਾਹਿਗੁਰੂ। ਇਹ ਸੀ ਜਨਮ ਸਾਖੀ ਦੇ ਵਿੱਚੋਂ ਦਿੱਤਾ ਗਿਆ ਹਵਾਲਾ। ਹੁਣ ਇਹ ਤੇ ਟਿੱਪਣੀ ਸੁਣੋ ਤੁਸੀਂ, ਜਿਹੜੀ ਕਿ ਮੈਨੂੰ ਗੱਲ
ਠੀਕ ਲੱਗੀ ਉਹ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ। ਜਦੋਂ ਅਸੀਂ ਗੁਰਬਾਣੀ ਪੜ੍ਹੀਏ ਤਾਂ ਗੁਰੂ ਨਾਨਕ ਸਾਹਿਬ ਦੀ ਰਚਨਾ ਵਿੱਚ ਮਾਝਾ, ਦੁਆਬਾ ਤੇ ਮਾਲਵੇ ਦੇ ਸ਼ਬਦ ਮਿਲਦੇ ਹਨ। ਹਰਿਆਣਵੀ ਤੇ ਪੋਠੋਹਾਰੀ ਸ਼ਬਦ ਮਿਲਦੇ ਹਨ। ਅਰਬੀ, ਫਾਰਸੀ ਤੇ ਸੰਸਕ੍ਰਿਤ ਦੇ ਸ਼ਬਦ ਵੀ ਮਿਲਦੇ ਹਨ। ਗੁਜਰਾਤੀ ਤੇ ਮਲਿਆਲਮ ਦੇ ਸ਼ਬਦ ਵੀ ਕਿਤੇ ਕਿਤੇ ਲੱਭ ਜਾਂਦੇ ਹਨ। ਛੋਰੂ, ਛੋਰਾ, ਲੁਗਾਈ ਆਦਿ ਸ਼ਬਦ ਹਰਿਆਣਵੀ ਹਨ। ਮੋਟਾ ਸ਼ਬਦ ਗੁਜਰਾਤੀ ਵਿੱਚ ਵੱਡੇ ਨੂੰ ਕਹਿੰਦੇ ਨੇ। ਮਲਿਆਲਮ ਤਾਮਿਲ ਬੋਲੀ ਦਾ ਸ਼ਬਦ ਹੈ। ਅਰਥ ਹੈ ਖੁਸ਼ਬੂਦਾਰ ਠੰਡੀ ਹਵਾ। ਫਿਰ ਵੇਦਾਂ ਪੁਰਾਣਾਂ ਦੇ ਹਵਾਲੇ ਹਨ। 6 ਸ਼ਾਸਤਰਾਂ, ਮਹਾਭਾਰਤ ਤੇ ਰਾਮਾਇਣ ਦੇ ਹਵਾਲੇ ਹਨ। ਜੋਗੀਆਂ ਦੀਆਂ ਸਾਰੀਆਂ ਮਾਨਤਾਵਾਂ ਦੇ ਹਵਾਲੇ ਹਨ। ਕੁਰਾਨ ਦੇ ਪ੍ਰਮਾਣ ਹਨ। ਜੈਨ ਮਤ ਦਾ ਖੰਡਨ ਹੈ। ਸਮਾਜ ਬਾਰੇ, ਰਾਜਨੀਤੀ ਬਾਰੇ ਵਿਸਥਾਰ ਸਹਿਤ ਗੁਰੂ ਨਾਨਕ ਸਾਹਿਬ ਜੀ ਦਾ ਲਿਖਿਆ ਮਿਲਦਾ ਹੈ। ਇੱਕ ਅਨਪੜ੍ਹ ਇਨਸਾਨ ਕੀ ਇੰਨੇ ਵਿਰਾਟ ਗਿਆਨ ਦਾ ਮਾਲਕ ਹੋ ਸਕਦਾ ਹੈ? ਅਸਲ ਵਿੱਚ ਗੁਰੂ ਨਾਨਕ ਦੇ ਪਿਤਾ ਜੀ ਵੱਡੇ ਅਫਸਰ ਸਨ। ਚੌਧਰੀ ਰਾਏ ਬੁਲਾਰ ਇਹਨਾਂ ਨੂੰ ਅਤਿਅੰਤ ਪਿਆਰ ਕਰਦਾ ਸੀ। ਘਰ ਵਿੱਚ ਪੜ੍ਹਾਈ ਲਿਖਾਈ ਦਾ ਮਾਹੌਲ ਸੀ। ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਸੀ। ਜਿੰਨੀ ਕੁ ਪੜ੍ਹਾਈ ਪਾਂਧੇ ਨੇ ਜਾਂ ਮੌਲਵੀ ਨੇ ਕਰਵਾਈ ਸੀ ਉਸ ਤੋਂ ਜ਼ਿਆਦਾ ਤਾਂ ਗੁਰੂ ਜੀ ਘਰੋਂ ਹੀ ਪੜ੍ਹ ਚੁੱਕੇ ਸਨ। ਇਸੇ ਕਾਰਨ ਕਹਿ ਸਕਦੇ ਹਾਂ ਕਿ ਪੰਡਤ ਨੇ ਨਿਮਰਤਾ ਸਹਿਤ ਗੁਰੂ ਨਾਨਕ ਜੀ ਨੂੰ ਕਹਿ ਦਿੱਤਾ ਕਿ ਤੁਸੀਂ ਮੇਰੇ ਮਾਨਸਿਕ ਪੱਧਰ ਤੋਂ ਪਹਿਲਾਂ ਹੀ ਵਾਧੂ ਗਿਆਨ ਪ੍ਰਾਪਤ ਕਰ ਚੁੱਕੇ ਹੋ, ਮੈਂ ਤੁਹਾਨੂੰ ਕੀ ਪੜ੍ਹਾਵਾਂ। ਪਰ ਸਾਖੀਕਾਰ ਤੇ ਹੋਰ ਇਤਿਹਾਸ ਲਿਖਣ ਵਾਲੇ ਵੀਰ ਗੁਰੂ ਨਾਨਕ ਨੂੰ ਅਨਪੜ੍ਹ ਹੀ ਸਿੱਧ ਕਰੀ ਜਾ ਰਹੇ ਹਨ। ਇਹਨਾਂ ਦੀ ਅਕਲ ਤੇ ਹੱਸਿਆ ਜਾ ਸਕਦਾ ਹੈ ਕਿ ਨਹੀਂ, ਤੁਸੀਂ ਜ਼ਰੂਰ ਸੋਚਣਾ। ਆਖੋ ਸਤਨਾਮ।